ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਸਮੁੰਦਰ ਦੇ ਕਿਨਾਰੇ ਇੱਕ ਗੁਰੂ ਆਪਣਾ ਆਸ਼ਰਮ ਬਣਾ ਕੇ ਰਹਿੰਦਾ ਸੀ। ਹਜ਼ਾਰਾਂ ਚੇਲੇ ਦੂਰ ਦੂਰ ਤੋਂ ਉਸ ਦੇ ਕੋਲ ਗਿਆਨ ਗ੍ਰਹਿਣ ਕਰਨ ਆਉਂਦੇ ਸਨ। ਗੁਰੂ ਦਾ ਗਿਆਨ ਦੇਣ ਦਾ ਤਰੀਕਾ ਵੀ ਬਹੁਤ ਅਨੋਖਾ ਸੀ। ਸ਼ੁਰੂਆਤ ਵਿੱਚ ਉਹ ਆਪਣੇ ਚੇਲਿਆਂ ਨੂੰ ਉਪਦੇਸ਼ ਦੇ ਮਾਧਿਅਮ ਨਾਲ ਗਿਆਨ ਦਿੰਦਾ ਸੀ। ਉਸ ਤੋਂ ਬਾਅਦ ਉਹ ਆਪਣੇ ਚੇਲਿਆਂ ਨੂੰ ਉਸ ਗਿਆਨ ਦੀ ਆਪਣੇ ਵਿਵਹਾਰਿਕ ਜੀਵਨ ਵਿੱਚ ਵਰਤੋਂ ਕਰਨ ਲਈ ਕਹਿੰਦੇ ਸਨ। ਇੱਕ ਵਾਰ ਉਸ ਆਸ਼ਰਮ ਵਿੱਚ ਇੱਕ ਸਮਰਾਟ ਆਪਣੇ ਬੇਟੇ ਨੂੰ ਲੈ ਕੇ ਪਹੁੰਚਿਆ। ਉਸ ਸਮਰਾਟ ਨੇ ਉਸ ਗੁਰੂ ਦੇ ਅੱਗੇ ਬੇਨਤੀ ਕੀਤੀ ਕਿ ਤੁਸੀਂ ਮੇਰੇ ਬੇਟੇ ਨੂੰ ਆਪਣੇ ਆਸ਼ਰਮ ਵਿੱਚ ਰੱਖ ਲਓ ਅਤੇ ਆਪਣੇ ਤਰੀਕੇ ਨਾਲ ਉਸ ਨੂੰ ਗਿਆਨ ਦੇ ਦਿਓ। ਉਸ ਨੂੰ ਇਸ ਆਸ਼ਰਮ ਵਿੱਚ ਬਿਲਕੁਲ ਵੀ ਇਦਾਂ ਨਹੀਂ ਲੱਗਣਾ ਚਾਹੀਦਾ ਕਿ ਉਹ ਇੱਕ ਸਮਰਾਟ ਦਾ ਬੇਟਾ ਹੈ। ਉਸ ਨੂੰ ਬਿਲਕੁਲ ਇੱਕ ਸਧਾਰਨ ਚੇਲੇ ਦੀ ਤਰ੍ਹਾਂ ਹੀ ਗਿਆਨ ਦੇਣ ਦੀ ਕਿਰਪਾਲਤਾ ਕਰਿਓ। ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਸਮਰਾਟ, ਗਿਆਨ ਇਸੇ ਤਰੀਕੇ ਨਾਲ ਲਿਆ ਜਾ ਸਕਦਾ ਹੈ। ਜੇਕਰ ਤੁਸੀਂ ਖੁਦ ਨੂੰ ਦੂਜਿਆਂ ਤੋਂ ਵੱਡਾ ਸਮਝੋਗੇ ਤਾਂ ਤੁਸੀਂ ਗਿਆਨ ਗ੍ਰਹਿਣ ਨਹੀਂ ਕਰ ਸਕਦੇ। ਜੇਕਰ ਤੁਸੀਂ ਨੇ ਗਿਆਨ ਗ੍ਰਹਿਣ ਕਰਨਾ ਹੈ ਤਾਂ ਤੁਹਾਨੂੰ ਦੂਜਿਆਂ ਦੇ ਵਾਂਗ ਖੁਦ ਨੂੰ ਸਧਾਰਨ ਸਮਝਣਾ ਹੋਵੇਗਾ। ਇਹੀ ਗਿਆਨ ਗ੍ਰਹਿਣ ਕਰਨ ਦੀ ਪਹਿਲੀ ਪੌੜੀ ਹੁੰਦੀ ਹੈ। ਤੁਸੀਂ ਨਿਸ਼ਚਿੰਤ ਰਹੋ, ਅੱਜ ਤੋਂ ਤੁਹਾਡੇ ਬੇਟੇ ਦੀ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਹੈ। ਇਹ ਕਹਿ ਕੇ ਗੁਰੂ ਜੀ ਸਮਰਾਟ ਦੇ ਬੇਟੇ ਨੂੰ ਆਪਣੇ ਨਾਲ ਲੈ ਕੇ ਸਮੁੰਦਰ ਦੇ ਕਿਨਾਰੇ ਸੈਰ ਲਈ ਚੱਲ ਪਏ। ਆਸ਼ਰਮ ਦੇ ਬਾਕੀ ਸਾਰੇ ਬੱਚੇ ਉਸ ਸਮਰਾਟ ਨੂੰ ਦੇਖ ਰਹੇ ਸਨ। ਸਮਰਾਟ ਆਪਣੇ ਬੇਟੇ ਨੂੰ ਰੱਥ ਤੇ ਬਿਠਾ ਕੇ ਲਿਆਇਆ ਸੀ, ਜਿਸ ਤੋਂ ਸਾਰੇ ਬੱਚੇ ਸਮਝ ਗਏ ਸਨ ਕਿ ਇਹ ਲੜਕਾ ਸਮਰਾਟ ਦਾ ਬੇਟਾ ਹੈ। ਇਸੇ ਕਾਰਨ ਆਸ਼ਰਮ ਦੇ ਸਾਰੇ ਬੱਚੇ ਸਮਰਾਟ ਦੇ ਬੇਟੇ ਵੱਲ ਆਕਰਸ਼ਿਤ ਹੋ ਗਏ ਸਨ। ਜਦੋਂ ਗੁਰੂ ਜੀ ਸਮਰਾਟ ਦੇ ਬੇਟੇ ਨੂੰ ਨਾਲ ਲੈ ਕੇ ਸਮੁੰਦਰ ਕਿਨਾਰੇ ਟਹਿਲ ਰਹੇ ਸਨ ਤਾਂ ਸਮਰਾਟ ਦਾ ਬੇਟਾ ਅਚਾਨਕ ਉੱਚੀ ਉੱਚੀ ਰੋਣ ਲੱਗਾ, ਕਿਉਂਕਿ ਹਾਲੇ ਉਹ ਸਿਰਫ 12 ਸਾਲ ਦਾ ਹੀ ਸੀ ਅਤੇ 12 ਸਾਲ ਦੀ ਉਮਰ ਵਿੱਚ ਉਸ ਦਾ ਪਿਤਾ ਉਸ ਨੂੰ ਆਪਣੇ ਤੋਂ ਦੂਰ ਛੱਡ ਕੇ ਚਲਾ ਗਿਆ ਸੀ। ਇਹ ਸਦਮਾ ਉਹ ਬੱਚਾ ਸਹਿਣ ਨਹੀਂ ਕਰ ਪਾ ਰਿਹਾ ਸੀ। ਉਹ ਸਮਝ ਨਹੀਂ ਪਾ ਰਿਹਾ ਸੀ ਕਿ ਉਸ ਦੇ ਪਿਤਾ ਜੀ ਉਸ ਨੂੰ ਉਸ ਦੀ ਭਲਾਈ ਲਈ ਹੀ ਗੁਰੂ ਜੀ ਦੇ ਕੋਲ ਛੱਡ ਕੇ ਗਏ ਹਨ। ਉਸ ਨੂੰ ਰੋਂਦੇ ਹੋਏ ਦੇਖ ਕੇ ਗੁਰੂ ਜੀ ਨੇ ਕਿਹਾ ਕਿ ਬੇਟਾ, ਮੈਂ ਤੈਨੂੰ ਚੁੱਪ ਨਹੀਂ ਕਰਾਵਾਂਗਾ। ਹੋ ਸਕਦਾ ਹੈ ਅੱਜ ਮੈਂ ਤੇਰੇ ਹੰਝੂ ਪੂੰਝ ਦੇਵਾਂ, ਪਰ ਕੱਲ ਨੂੰ ਤੂੰ ਫੇਰ ਆਪਣੇ ਆਪ ਨੂੰ ਇਕੱਲਾ ਪਾਵੇਂਗਾ। ਇੱਕ ਗੱਲ ਯਾਦ ਰੱਖੀ ਕਿ ਦੁਨੀਆ ਤੇ ਹਰ ਇਨਸਾਨ ਇਕੱਲਾ ਆਉਂਦਾ ਹੈ ਅਤੇ ਇਕੱਲਾ ਹੀ ਜਾਂਦਾ ਹੈ। ਜਿਹੜਾ ਇਨਸਾਨ ਜਿੰਨੀ ਜਲਦੀ ਇਸ ਗੱਲ ਨੂੰ ਸਮਝ ਲੈਂਦਾ ਹੈ, ਉਹ ਉਨੀ ਜਲਦੀ ਹੀ ਆਤਮ ਗਿਆਨ ਦੇ ਰਾਸਤੇ ਤੇ ਚੱਲ ਪੈਂਦਾ ਹੈ। ਗੁਰੂ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਿਹਾ ਕਿ ਜੋ ਇਨਸਾਨ ਇਕੱਲਾ ਰਹਿਣਾ ਸਿੱਖ ਲੈਂਦਾ ਹੈ, ਉਹੀ ਖੁਦ ਨਾਲ ਪਿਆਰ ਕਰ ਪਾਉਂਦਾ ਹੈ, ਅਤੇ ਜੋ ਖੁਦ ਨਾਲ ਪਿਆਰ ਕਰਨਾ ਜਾਣਦਾ ਹੈ, ਉਹ ਕਿਸੇ ਦੇ ਵੀ ਜਾਣ ਦਾ ਅਫਸੋਸ ਨਹੀਂ ਕਰਦਾ, ਕਿਉਂਕਿ ਉਹ ਖੁਦ ਨਾਲ ਹੀ ਪਿਆਰ ਕਰਦਾ ਹੈ। ਹੌਲੀ ਹੌਲੀ ਤੂੰ ਆਸ਼ਰਮ ਦੇ ਮਾਹੌਲ ਵਿੱਚ ਢਲ ਜਾਵੇਂਗਾ। ਸ਼ੁਰੂ ਵਿੱਚ ਤੈਨੂੰ ਥੋੜੀ ਸਮੱਸਿਆ ਆ ਸਕਦੀ ਹੈ, ਪਰ ਕੁਝ ਦਿਨਾਂ ਬਾਅਦ ਤੂੰ ਇਸ ਨੂੰ ਅਪਣਾ ਲਵੇਂਗਾ। ਉਸ ਤੋਂ ਬਾਅਦ ਤੈਨੂੰ ਇਹੀ ਜਗ੍ਹਾ ਬਹੁਤ ਚੰਗੀ ਲੱਗਣ ਲੱਗ ਜਾਵੇਗੀ। ਇਹ ਜਗ੍ਹਾ ਤੈਨੂੰ ਆਪਣੇ ਮਹਿਲ ਵਰਗੀ ਲੱਗਣ ਲੱਗ ਜਾਵੇਗੀ। ਸ਼ਾਮ ਹੋ ਗਈ ਸੀ। ਸਮੁੰਦਰ ਦੇ ਦੂਜੇ ਕਿਨਾਰੇ ਵੱਲ ਸੂਰਜ ਛਿਪਣ ਲੱਗ ਰਿਹਾ ਸੀ ਅਤੇ ਆਪਣੀ ਲਾਲੀ ਪੂਰੇ ਅਸਮਾਨ ਵਿੱਚ ਵਿਖੇਰ ਰਿਹਾ ਸੀ। ਬਹੁਤ ਹੀ ਸੁੰਦਰ ਦ੍ਰਿਸ਼ ਸੀ ਅਤੇ ਗੁਰੂ ਜੀ ਆਪਣੇ ਉਸ ਚੇਲੇ ਨੂੰ ਲੈ ਕੇ ਆਸ਼ਰਮ ਵਿੱਚ ਵਾਪਸ ਪਰਤ ਆਏ। ਗੁਰੂ ਦੀਆਂ ਗੱਲਾਂ ਸੁਣ ਕੇ ਚੇਲੇ ਨੂੰ ਵੀ ਥੋੜਾ ਹੌਸਲਾ ਹੋ ਗਿਆ। ਜਦੋਂ ਸਮਰਾਟ ਦਾ ਬੇਟਾ ਰਾਤ ਦੇ ਸਮੇਂ ਭੋਜਨ ਕਰਨ ਦੇ ਲਈ ਪਹੁੰਚਿਆ ਤਾਂ ਆਲੇ ਦੁਆਲੇ ਦੇ ਸਾਰੇ ਚੇਲੇ ਉਸ ਦੇ ਕੋਲ ਆਉਣ ਲੱਗੇ, ਕਿਉਂਕਿ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਇਹ ਸਮਰਾਟ ਦਾ ਬੇਟਾ ਹੈ ਅਤੇ ਜੇਕਰ ਅਸੀਂ ਇਸ ਨਾਲ ਦੋਸਤੀ ਕਰ ਲੈਂਦੇ ਹਾਂ ਤਾਂ ਉਸ ਨਾਲ ਸਾਡਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ। ਇਹੀ ਸੋਚ ਕੇ ਆਸ਼ਰਮ ਦੇ ਜ਼ਿਆਦਾਤਰ ਬੱਚਿਆਂ ਨੇ ਉਸ ਨੂੰ ਘੇਰ ਲਿਆ ਸੀ। ਬਸ ਕੁਝ ਬੱਚੇ ਜਿਹੜੇ ਇਕੱਲੇ ਰਹਿਣ ਦਾ ਮਹੱਤਵ ਸਮਝਦੇ ਸਨ, ਜਿਹੜੇ ਦਿਖਾਵੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ,
ਉਹ ਉਸ ਸਮਰਾਟ ਦੇ ਬੇਟੇ ਕੋਲ ਜਾਣ ਦੀ ਬਜਾਏ ਆਪਣਾ ਸਾਰਾ ਧਿਆਨ ਭੋਜਨ ਵਿੱਚ ਲਗਾ ਰਹੇ ਸਨ ਅਤੇ ਇਕਾਂਤ ਵਿੱਚ ਬੈਠ ਕੇ ਆਪਣਾ ਭੋਜਨ ਕਰ ਰਹੇ ਸਨ। ਕੁਝ ਦਿਨਾਂ ਬਾਅਦ ਸਮਰਾਟ ਦੇ ਬੇਟੇ ਦੀ ਆਸ਼ਰਮ ਦੇ ਜ਼ਿਆਦਾਤਰ ਬੱਚਿਆਂ ਦੇ ਨਾਲ ਦੋਸਤੀ ਹੋ ਗਈ ਸੀ। ਹੁਣ ਉਹ ਆਸ਼ਰਮ ਦੇ ਵਿੱਚ ਉਹਨਾਂ ਬੱਚਿਆਂ ਦੇ ਨਾਲ ਘੁੰਮਦਾ ਸੀ ਅਤੇ ਉਹਨਾਂ ਦੇ ਨਾਲ ਹੀ ਆਪਣਾ ਜ਼ਿਆਦਾਤਰ ਸਮਾਂ ਲੰਘਾਉਂਦਾ ਸੀ। ਆਖਰਕਾਰ ਸਮਰਾਟ ਦਾ ਬੇਟਾ ਸੀ, ਸੁੱਖ ਸੁਵਿਧਾਵਾਂ ਵਿੱਚ ਪਲਿਆ ਕਰਿਆ ਸੀ। ਆਲੇ ਦੁਆਲੇ ਬਹੁਤ ਸਾਰੇ ਦਾਸ ਅਤੇ ਦਾਸੀਆਂ ਹੁੰਦੀਆਂ ਸਨ। ਆਲੇ ਦੁਆਲੇ ਆਪਣੇ ਮਿੱਤਰਾਂ ਨਾਲ ਘਿਰੇ ਰਹਿਣਾ, ਇਹੀ ਤੌਰ ਤਰੀਕੇ ਉਸਨੇ ਇੱਥੇ ਅਪਣਾ ਲਏ ਸਨ। ਅਜਿਹਾ ਨਹੀਂ ਸੀ ਕਿ ਗੁਰੂ ਨੂੰ ਇਹ ਸਭ ਪਤਾ ਨਹੀਂ ਸੀ, ਪਰ ਗੁਰੂ ਉਸ ਨੂੰ ਅਲੱਗ ਤਰੀਕੇ ਨਾਲ ਗਿਆਨ ਦੇਣਾ ਚਾਹੁੰਦਾ ਸੀ। ਬੱਚਿਆਂ ਨੂੰ ਗਿਆਨ ਤੁਸੀਂ ਉਪਦੇਸ਼ ਦੇ ਕੇ ਨਹੀਂ ਦੇ ਸਕਦੇ, ਉਹਨਾਂ ਨੂੰ ਕਰਕੇ ਦਿਖਾਉਣਾ ਪੈਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਉਹ ਗੱਲ ਸਮਝ ਆਉਂਦੀ ਹੈ ਜਿਹੜੀ ਤੁਸੀਂ ਸਮਝਾਉਣਾ ਚਾਹੁੰਦੇ ਹੋ। ਗੁਰੂ ਜੀ ਨੂੰ ਇਹ ਗੱਲ ਪਤਾ ਸੀ ਕਿ ਜੇਕਰ ਮੈਂ ਇਸ ਨੂੰ ਬੋਲ ਕੇ ਦੱਸਾਂਗਾ ਤਾਂ ਇਹ ਕਦੇ ਨਹੀਂ ਸਮਝ ਪਾਵੇਗਾ। ਮੈਨੂੰ ਇਸ ਨੂੰ ਦਿਖਾਉਣਾ ਪਊਗਾ, ਇਹ ਅਹਿਸਾਸ ਕਰਾਉਣਾ ਪਊਗਾ ਕਿ ਇਕੱਲੇ ਰਹਿਣ ਨਾਲ ਹੀ ਤੂੰ ਆਪਣੀਆਂ ਸ਼ਕਤੀਆਂ ਨੂੰ ਜਾਣ ਪਾਏਗਾ। ਇਹ ਸਿੱਖਿਆ ਦੇਣ ਲਈ ਗੁਰੂ ਇੱਕ ਦਿਨ ਉਸ ਚੇਲੇ ਨੂੰ ਆਪਣੇ ਨਾਲ ਪਹਾੜੀ ਦੀ ਇੱਕ ਚੋਟੀ ਤੇ ਲੈ ਗਏ। ਪਹਾੜੀ ਤੇ ਪਹੁੰਚ ਕੇ ਗੁਰੂ ਨੇ ਉਸ ਚੇਲੇ ਨੂੰ ਕਿਹਾ ਕਿ ਹੁਣ ਤੇਰਾ ਗਿਆਨ ਪੂਰਾ ਹੋ ਚੁੱਕਿਆ ਹੈ, ਬਸ ਇੱਕ ਆਖਰੀ ਰਾਤ ਤੈਨੂੰ ਇੱਥੇ ਲੰਘਾਉਣੀ ਹੋਵੇਗੀ। ਉਸ ਤੋਂ ਬਾਅਦ ਅਗਲੇ ਦਿਨ ਸ਼ਾਮ ਨੂੰ ਮੈਂ ਤੈਨੂੰ ਤੇਰੇ ਰਾਜ ਮਹਿਲ ਵਿੱਚ ਪਹੁੰਚਾ ਦੇਵਾਂਗਾ। ਉਹ ਬੱਚਾ ਤਾਂ ਇਹ ਸੁਣ ਕੇ ਬਹੁਤ ਖੁਸ਼ ਹੋ ਗਿਆ ਕਿ ਹੁਣ ਮੈਂ ਵਾਪਸ ਆਪਣੇ ਰਾਜ ਮਹਿਲ ਵਿੱਚ ਚਲਾ ਜਾਵਾਂਗਾ। ਫਿਰ ਤੋਂ ਮੇਰੇ ਦਾਸ ਤੇ ਦਾਸੀਆਂ ਸਾਰੀਆਂ ਖਾਣ ਪੀਣ ਵਾਲੀਆਂ ਵਧੀਆ ਵਧੀਆ ਚੀਜ਼ਾਂ ਮੇਰੇ ਕੋਲ ਹੋਣਗੀਆਂ। ਉਸ ਚੇਲੇ ਨੇ ਗੁਰੂ ਤੋਂ ਪੁੱਛਿਆ ਕਿ ਗੁਰੂ ਜੀ, ਮੈਨੂੰ ਅੱਜ ਰਾਤ ਤੁਸੀਂ ਇਸ ਪਹਾੜੀ ਤੇ ਕਿਉਂ ਛੱਡ ਰਹੇ ਹੋ? ਅਜਿਹਾ ਕਿਹੜਾ ਆਖਰੀ ਗਿਆਨ ਹੈ ਜਿਹੜਾ ਮੈਨੂੰ ਇਸ ਪਹਾੜੀ ਤੋਂ ਮਿਲੂਗਾ? ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇੱਥੇ ਚਟਾਨ ਦੇ ਪਿੱਛੇ ਤੈਨੂੰ ਲੁੱਕ ਕੇ ਬੈਠਣਾ ਹੋਵੇਗਾ। ਇੱਥੇ ਰੋਜ਼ ਰਾਤ ਨੂੰ ਇੱਕ ਬਾਜ ਆਉਂਦਾ ਹੈ, ਤੂੰ ਉਸ ਬਾਜ ਨੂੰ ਦੇਖਣਾ ਹੈ, ਬੜੀ ਗੌਰ ਨਾਲ ਦੇਖਣਾ ਹੈ, ਉਸ ਦੀ ਹਰ ਗਤੀਵਿਧੀ ਨੂੰ ਦੇਖਣਾ ਹੈ ਅਤੇ ਉਸ ਬਾਜ ਨੂੰ ਦੇਖਣ ਤੋਂ ਬਾਅਦ ਅਗਲੇ ਦਿਨ ਜੇਕਰ ਤੂੰ ਉਸ ਬਾਜ ਦੀਆਂ ਖੂਬੀਆਂ ਮੈਨੂੰ ਦੱਸ ਦਿੱਤੀਆਂ ਤਾਂ ਮੈਂ ਤੈਨੂੰ ਵਾਪਸ ਤੇਰੇ ਰਾਜ ਮਹਿਲ ਵਿੱਚ ਪਹੁੰਚਾ ਦੇਵਾਂਗਾ। ਅਤੇ ਹਾਂ, ਸਵੇਰ ਹੋਣ ਤੋਂ ਪਹਿਲਾਂ ਇੱਕ ਹੋਰ ਗੱਲ ਤੇ ਧਿਆਨ ਦੇਣਾ ਹੈ। ਇੱਕ ਆਜੜੀ ਇੱਥੇ ਆਪਣੀਆਂ ਭੇਡਾਂ ਚਾਰਨ ਆਉਂਦਾ ਹੈ, ਤੂੰ ਉਹਨਾਂ ਭੇਡਾਂ ਦੀਆਂ ਗਤੀਵਿਧੀਆਂ ਨੂੰ ਵੀ ਦੇਖਣਾ ਹੈ। ਯਾਦ ਰੱਖੀਂ, ਬਾਜ਼ ਦੀ ਗਤੀਵਿਧੀ ਰਾਤ ਨੂੰ ਅਤੇ ਭੇਡਾਂ ਦੀ ਗਤੀਵਿਧੀ ਸਵੇਰੇ। ਜੇਕਰ ਤੂੰ ਦੋਵਾਂ ਦੀਆਂ ਗਤੀਵਿਧੀਆਂ ਨੂੰ ਧਿਆਨ ਨਾਲ ਦੇਖ ਕੇ ਮੈਨੂੰ ਦੱਸ ਪਾਇਆ ਤਾਂ ਤੂੰ ਆਸ਼ਰਮ ਚੋਂ ਹਮੇਸ਼ਾ ਦੇ ਲਈ ਆਜ਼ਾਦ ਹੋ ਜਾਵੇਂਗਾ, ਤੇਰਾ ਗਿਆਨ ਪੂਰਾ ਹੋ ਜਾਵੇਗਾ। ਮੈਂ ਤੇਰੇ ਪਿਤਾ ਨੂੰ ਕਹਿ ਦੇਵਾਂਗਾ ਕਿ ਇਹ ਬੱਚਾ ਸਾਡੇ ਆਸ਼ਰਮ ਦਾ ਸਭ ਤੋਂ ਗਿਆਨੀ ਬੱਚਾ ਹੈ। ਇਹ ਕਹਿ ਕੇ ਗੁਰੂ ਜੀ ਆਪਣੇ ਆਸ਼ਰਮ ਵਿੱਚ ਵਾਪਸ ਪਰਤ ਆਏ। ਉਹ ਬੱਚਾ ਉੱਥੇ ਹੀ ਉਸ ਚਟਾਨ ਦੇ ਪਿੱਛੇ ਖੜਾ ਉਸ ਬਾਜ਼ ਦਾ ਇੰਤਜ਼ਾਰ ਕਰਨ ਲੱਗਾ। ਕਾਫੀ ਸਮਾਂ ਲੰਘ ਜਾਣ ਤੋਂ ਬਾਅਦ ਉੱਥੇ ਇੱਕ ਬਾਜ਼ ਆਪਣੇ ਬੱਚਿਆਂ ਨਾਲ ਪਹੁੰਚਿਆ। ਸਮਰਾਟ ਦੇ ਬੇਟੇ ਨੇ ਸਾਰੀ ਰਾਤ ਉਸ ਬਾਜ਼ ਦੀ ਗਤੀਵਿਧੀ ਧਿਆਨਪੂਰਵਕ ਦੇਖੀ ਅਤੇ ਸਵੇਰ ਹੋਣ ਤੋਂ ਬਾਅਦ ਜਦੋਂ ਆਜੜੀ ਆਪਣੀਆਂ ਭੇਡਾਂ ਨੂੰ ਲੈ ਕੇ ਉੱਥੇ ਪਹੁੰਚਿਆ ਤਾਂ ਉਸਨੇ ਇੱਕ ਹੈਰਾਨ ਕਰਨ ਵਾਲਾ ਦ੍ਰਿਸ਼ ਦੇਖਿਆ। ਉਸਨੇ ਦੇਖਿਆ ਕਿ ਉਹ ਬਾਜ਼ ਪੇੜ ਦੇ ਇੱਕ ਮੇਮਣੇ ਨੂੰ ਆਪਣੇ ਪੰਜਿਆਂ 'ਚ ਫੜ ਕੇ ਅਸਮਾਨ ਵਿੱਚ ਉੱਡ ਗਿਆ। ਉਸਨੇ ਉਸ ਭੇਡ ਦੇ ਬੱਚੇ ਦਾ ਸ਼ਿਕਾਰ ਕਰ ਲਿਆ ਸੀ। ਉਹ ਸਾਰਾ ਦ੍ਰਿਸ਼ ਦੇਖ ਕੇ ਉਹ ਬੱਚਾ ਆਸ਼ਰਮ ਵਿੱਚ ਵਾਪਸ ਆਪਣੇ ਗੁਰੂ ਦੇ ਕੋਲ ਪਹੁੰਚਿਆ। ਉਸ ਤੋਂ ਪਹਿਲਾਂ ਕਿ ਗੁਰੂ ਜੀ ਉਸ ਤੋਂ ਕੁਝ ਪੁੱਛਦੇ, ਉਸਨੇ ਗੁਰੂ ਜੀ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਗੁਰੂ ਜੀ, ਤੁਸੀਂ ਆਸ਼ਰਮ ਦੇ ਸਾਰੇ ਬੱਚਿਆਂ ਨੂੰ ਇੱਥੇ ਬੁਲਾ ਲਓ। ਮੈਂ ਆਸ਼ਰਮ ਦੇ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉੱਥੇ ਮੈਂ ਕੀ ਦੇਖਿਆ। ਜਦੋਂ ਆਸ਼ਰਮ ਦੇ ਸਾਰੇ ਬੱਚੇ ਉੱਥੇ ਪਹੁੰਚ ਗਏ ਤਾਂ ਉਸ ਸਮਰਾਟ ਦੇ ਬੇਟੇ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਪੰਛੀਆਂ ਨੂੰ ਦੇਖਿਆ ਹੈ, ਪਰ ਬਾਜ਼ ਉਹਨਾਂ ਸਾਰੇ ਪੰਛੀਆਂ ਵਿੱਚੋਂ ਸਭ ਤੋਂ ਅਦਭੁਤ ਅਤੇ ਸਭ ਤੋਂ ਅਲੱਗ ਹੁੰਦਾ ਹੈ। ਉਦਾਹਰਨ ਦੇ ਲਈ
ਤੋਤਾ ਅਸੀਂ ਸਾਰਿਆਂ ਨੇ ਦੇਖਿਆ ਹੈ। ਤੋਤਾ ਬੋਲਦਾ ਤਾਂ ਬਹੁਤ ਹੈ, ਪਰ ਕਦੇ ਉੱਚਾ ਨਹੀਂ ਉੱਡ ਪਾਉਂਦਾ। ਪਰ ਇੱਕ ਬਾਜ ਜਿਹੜਾ ਹਰ ਸਮੇਂ ਸ਼ਾਂਤ ਰਹਿੰਦਾ ਹੈ, ਉਹ ਆਕਾਸ਼ ਨੂੰ ਵੀ ਛੋਹ ਸਕਦਾ ਹੈ। ਉਹ ਆਕਾਸ਼ ਨੂੰ ਵੀ ਛੋਹ ਲੈਣ ਵਿੱਚ ਸਮਰੱਥ ਹੁੰਦਾ ਹੈ। ਜਦੋਂ ਵੀ ਇੱਕ ਬਾਜ ਆਪਣੇ ਸ਼ਿਕਾਰ ਨੂੰ ਨਿਸ਼ਚਿਤ ਕਰ ਲੈਂਦਾ ਹੈ ਤਾਂ ਉਹ ਆਪਣੇ ਸ਼ਿਕਾਰ ਤੇ ਆਪਣੀਆਂ ਨਜ਼ਰਾਂ ਟਿਕਾਈ ਰੱਖਦਾ ਹੈ। ਭਾਵੇਂ ਉਹ ਕਿੰਨੀ ਵੀ ਉਚਾਈ ਤੇ ਕਿਉਂ ਨਾ ਹੋਵੇ, ਭਾਵੇਂ ਕਿੰਨਾ ਵੀ ਵੱਡਾ ਤੂਫਾਨ ਕਿਉਂ ਨਾ ਆ ਜਾਵੇ, ਪਰ ਉਸ ਦੀ ਨਜ਼ਰ ਹਮੇਸ਼ਾ ਆਪਣੇ ਉਦੇਸ਼ ਉੱਤੇ ਸਥਿਰ ਰਹਿੰਦੀ ਹੈ। ਅੱਜ ਸਵੇਰੇ ਜਿਹੜੇ ਬਾਜ ਨੂੰ ਮੈਂ ਦੇਖਿਆ, ਉਸਨੇ ਹਰੇਕ ਭੇਡ ਨੂੰ ਆਪਣਾ ਸ਼ਿਕਾਰ ਨਹੀਂ ਬਣਾਇਆ, ਬਲਕਿ ਉਹਨਾਂ ਭੇਡਾਂ ਦੇ ਝੁੰਡ ਵਿੱਚੋਂ ਉਸਨੇ ਉਸ ਭੇਡ ਦੇ ਮੇਮਣੇ ਨੂੰ ਆਪਣਾ ਸ਼ਿਕਾਰ ਬਣਾਇਆ। ਉਸ ਬਾਜ ਦੇ ਵਾਂਗ ਸਾਨੂੰ ਵੀ ਆਪਣਾ ਧਿਆਨ ਆਪਣੇ ਇੱਕ ਹੀ ਉਦੇਸ਼ ਉੱਤੇ ਸਥਿਰ ਰੱਖਣਾ ਚਾਹੀਦਾ ਹੈ। ਭਾਵੇਂ ਕਿੰਨੀਆਂ ਵੀ ਅੜਚਨਾਂ ਕਿਉਂ ਨਾ ਆਉਣ, ਸਾਨੂੰ ਸਾਡਾ ਉਦੇਸ਼ ਸਪਸ਼ਟ ਦਿਖਾਈ ਦੇਣਾ ਚਾਹੀਦਾ ਹੈ। 10-20 ਅਲੱਗ-ਅਲੱਗ ਉਦੇਸ਼ਾਂ ਤੇ ਆਪਣੀ ਊਰਜਾ ਬਰਬਾਦ ਕਰਨ ਨਾਲੋਂ ਸਾਨੂੰ ਇੱਕ ਉਦੇਸ਼ ਉੱਤੇ ਪੂਰੀ ਇਕਾਗਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਤੀਜੀ ਗੱਲ ਜਿਹੜੀ ਮੈਂ ਉਸ ਬਾਜ ਤੋਂ ਸਿੱਖੀ ਹੈ ਅਤੇ ਜਿਹੜੀ ਸਾਨੂੰ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ, ਉਹ ਇਹ ਹੈ ਕਿ ਬਾਜ ਕਦੇ ਵੀ ਦੂਸਰੇ ਪੰਛੀਆਂ ਦੇ ਨਾਲ ਨਹੀਂ ਉੱਡਦਾ। ਉਹ ਹਮੇਸ਼ਾ ਆਕਾਸ਼ ਵਿੱਚ ਇਕੱਲਾ ਉੱਡਦਾ ਹੈ। ਇਸ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਛੋਟੀ ਸੋਚ ਵਾਲੇ ਲੋਕਾਂ ਨਾਲ ਨਹੀਂ ਰਹਿਣਾ ਚਾਹੀਦਾ, ਕਿਉਂਕਿ ਅਸੀਂ ਵੀ ਉਹੀ ਬਣ ਜਾਂਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਰਹਿੰਦੇ ਹਾਂ। ਇਸੇ ਲਈ ਜਾਂ ਤਾਂ ਵੱਡੀ ਸੋਚ ਵਾਲਿਆਂ ਨਾਲ ਰਹੋ ਜਾਂ ਫਿਰ ਇਕੱਲੇ ਰਹੋ, ਕਿਉਂਕਿ ਜਦੋਂ ਅਸੀਂ ਇਕੱਲੇ ਰਹਿੰਦੇ ਹਾਂ ਉਦੋਂ ਹੀ ਅਸੀਂ ਖੁਦ ਦੀ ਤਾਕਤ ਅਤੇ ਖੁਦ ਦੀ ਕਮਜ਼ੋਰੀ ਨੂੰ ਜਾਣ ਪਾਉਂਦੇ ਹਾਂ। ਆਪਣੀ ਕਮਜ਼ੋਰੀ ਨੂੰ ਜਾਣ ਕੇ ਅਸੀਂ ਉਸ ਨੂੰ ਦੂਰ ਕਰ ਸਕਦੇ ਹਾਂ ਅਤੇ ਆਪਣੀ ਤਾਕਤ ਨੂੰ ਜਾਣ ਕੇ ਅਸੀਂ ਉਸ ਦਾ ਸਹੀ ਇਸਤੇਮਾਲ ਕਰ ਸਕਦੇ ਹਾਂ। ਪਰ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਅਸੀਂ ਇਕੱਲੇ ਰਹਿਣਾ ਸਿੱਖ ਜਾਵਾਂਗੇ। ਚੌਥੀ ਸਿੱਖਿਆ ਜਿਹੜੀ ਸਾਨੂੰ ਉਸ ਬਾਜ ਤੋਂ ਲੈਣੀ ਚਾਹੀਦੀ ਹੈ ਕਿ ਉਹ ਹਮੇਸ਼ਾ ਆਪਣੀਆਂ ਸੀਮਾਵਾਂ ਤੋਂ ਉੱਚਾ ਉੱਡਦਾ ਹੈ। ਜਦੋਂ ਤੂਫਾਨ ਆਉਂਦਾ ਹੈ ਤਾਂ ਹਰੇਕ ਪੰਛੀ ਆਪਣੇ ਆਲਣੇ ਦੇ ਵੱਲ ਭੱਜਦਾ ਹੈ, ਖੁਦ ਨੂੰ ਲੁਕਾਉਣ ਦੀ ਜਗ੍ਹਾ ਲੱਭਦਾ ਹੈ, ਪਰ ਬਾਜ ਅਜਿਹਾ ਕੁਝ ਵੀ ਨਹੀਂ ਕਰਦਾ। ਉਹ ਖੁਦ ਦੀਆਂ ਸੀਮਾਵਾਂ ਨੂੰ ਤੋੜ ਕੇ ਬੱਦਲਾਂ ਤੋਂ ਵੀ ਉੱਚਾ ਉੱਡਣ ਦੀ ਕੋਸ਼ਿਸ਼ ਕਰਦਾ ਹੈ। ਹਵਾਵਾਂ ਉਸ ਨੂੰ ਪਿੱਛੇ ਧੱਕਦੀਆਂ ਹਨ, ਖੰਭ ਉਸ ਦੇ ਭਾਰੀ ਹੋ ਜਾਂਦੇ ਹਨ, ਪਾਣੀ ਅਤੇ ਧੂੜ ਦੇ ਕਾਰਨ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ, ਪਰ ਉਹ ਫੇਰ ਵੀ ਆਸਮਾਨ ਦੇ ਵੱਲ ਉੱਡਦਾ ਰਹਿੰਦਾ ਹੈ ਅਤੇ ਅਖੀਰ ਨੂੰ ਬੱਦਲਾਂ ਤੋਂ ਵੀ ਉੱਤੇ ਲੰਘ ਜਾਂਦਾ ਹੈ ਅਤੇ ਉੱਥੇ ਉਦੋਂ ਤੱਕ ਉੱਡਦਾ ਰਹਿੰਦਾ ਹੈ ਜਦੋਂ ਤੱਕ ਮੌਸਮ ਠੀਕ ਨਹੀਂ ਹੋ ਜਾਂਦਾ। ਉਹ ਆਪਣੀਆਂ ਸੀਮਾਵਾਂ ਨੂੰ ਸਿਰਫ ਇਸੇ ਲਈ ਤੋੜ ਪਾਉਂਦਾ ਹੈ ਕਿਉਂਕਿ ਉਹ ਸਮੱਸਿਆ ਦੇ ਆਉਣ ਤੇ ਉਸ ਤੋਂ ਘਬਰਾਉਂਦਾ ਨਹੀਂ ਹੈ, ਉਸ ਤੋਂ ਡਰ ਕੇ ਭੱਜਣ ਦੀ ਕੋਸ਼ਿਸ਼ ਨਹੀਂ ਕਰਦਾ, ਬਲਕਿ ਇੱਕ ਸਕਾਰਾਤਮਕ ਨਜ਼ਰੀਏ ਨਾਲ ਉਸ ਦਾ ਸਾਹਮਣਾ ਕਰਦਾ ਹੈ। ਜ਼ਿੰਦਗੀ ਵਿੱਚ ਭਾਵੇਂ ਕਿੰਨੀਆਂ ਵੀ ਅੜਚਨਾਂ ਕਿਉਂ ਨਾ ਆਉਣ, ਸਾਨੂੰ ਉਹਨਾਂ ਅੜਚਨਾਂ ਨਾਲ ਲੜਨਾ ਚਾਹੀਦਾ ਹੈ, ਨਾ ਕਿ ਉਹਨਾਂ ਅੜਚਨਾਂ ਤੋਂ ਡਰ ਕੇ ਲੁਕਣਾ ਚਾਹੀਦਾ ਹੈ। ਪੰਜਵੀਂ ਗੱਲ ਜਿਹੜੀ ਸਾਨੂੰ ਉਸ ਬਾਜ ਤੋਂ ਸਿੱਖਣੀ ਚਾਹੀਦੀ ਹੈ ਕਿ ਬਾਜ ਆਪਣੇ ਆਲਣੇ ਵਿੱਚ ਕਦੇ ਵੀ ਘਾਹ ਦੇ ਨਰਮ ਤੀਲੇ ਨਹੀਂ ਰੱਖਦਾ। ਜਿਹੜੇ ਤੀਲੇ ਨਰਮ ਹੁੰਦੇ ਜਾਂਦੇ ਹਨ, ਉਹ ਉਹਨਾਂ ਨੂੰ ਕੱਢ ਕੇ ਸੁੱਟਦਾ ਰਹਿੰਦਾ ਹੈ। ਉਸੇ ਤਰ੍ਹਾਂ ਭਾਵੇਂ ਕਿੰਨੀ ਵੀ ਆਰਾਮਦਾਇਕ ਜ਼ਿੰਦਗੀ ਤੁਹਾਨੂੰ ਮਿਲੀ ਹੋਵੇ, ਪਰ ਉਸ ਆਰਾਮ ਤੋਂ ਉੱਤੇ ਉੱਠ ਕੇ ਆਪਣੇ ਆਲਸ ਨੂੰ ਤੋੜ ਕੇ ਜੀਵਨ ਵਿੱਚ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਜੀਵਨ ਵਿੱਚ ਪਸੀਨਾ ਬਹਾਉਣਾ ਚਾਹੀਦਾ ਹੈ, ਸਰੀਰਕ ਮਿਹਨਤ ਕਰਨੀ ਚਾਹੀਦੀ ਹੈ। ਆਪਣੇ ਆਲਣੇ ਚੋਂ ਨਰਮ ਤੀਲੇ ਕੱਢ ਕੇ ਬਾਹਰ ਸੁੱਟ ਦਿਓ ਅਤੇ ਅੱਜ ਹੀ ਆਪਣੇ ਆਲਸ ਨੂੰ ਤੋੜ ਕੇ ਚੱਲ ਪਾਓ। ਹਰ ਰੋਜ਼ ਆਪਣੇ ਆਪ ਨੂੰ ਚੁਣੌਤੀਆਂ ਦਿਓ, ਹਰ ਰੋਜ਼ ਮੁਸ਼ਕਲਾਂ ਨਾਲ ਲੜੋ, ਕਿਉਂਕਿ ਉਹੀ ਮੁਸ਼ਕਲਾਂ ਤੁਹਾਨੂੰ ਮਜ਼ਬੂਤ ਬਣਾਉਣਗੀਆਂ। ਜੰਗਲ ਦੇ ਰਾਜੇ ਸ਼ੇਰ ਨੂੰ ਵੀ ਝੁੰਡ ਬਣਾ ਕੇ ਸ਼ਿਕਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਪਰ ਬਾਜ ਹਮੇਸ਼ਾ ਇਕੱਲਾ ਸ਼ਿਕਾਰ ਕਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਭੀੜ ਹੌਸਲਾ ਤਾਂ ਦਿੰਦੀ ਹੈ ਪਰ ਹਿੰਮਤ ਖੋਹ ਲੈਂਦੀ ਹੈ। ਵਿਅਕਤੀ ਨੂੰ ਹਮੇਸ਼ਾ ਇਕੱਲੇ ਹੀ ਅੱਗੇ ਵਧਣਾ ਹੁੰਦਾ ਹੈ। ਸਾਰੀ ਜ਼ਿੰਦਗੀ ਕੋਈ ਸਾਥ ਨਹੀਂ ਦਿੰਦਾ। ਬਾਜ ਦੀ ਉਮਰ ਲਗਭਗ 70 ਸਾਲ ਹੁੰਦੀ ਹੈ,
ਪਰ 40 ਸਾਲਾਂ ਵਿੱਚ ਹੀ ਉਸ ਦਾ ਸਰੀਰ ਬੁੱਢਾ ਹੋ ਜਾਂਦਾ ਹੈ। ਉਸ ਦੇ ਨਹੁੰ ਉਸ ਦੇ ਪੈਰਾਂ ਵਿੱਚ ਧਸਣ ਲੱਗਦੇ ਹਨ, ਖੰਭ ਉਸ ਦੇ ਸਰੀਰ ਨਾਲ ਚਿਪਕ ਜਾਂਦੇ ਹਨ, ਉਸ ਦੀ ਚੁੰਝ ਮੁੜ ਜਾਂਦੀ ਹੈ, ਉਸ ਦਾ ਸਰੀਰ ਭਾਰੀ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸ਼ਿਕਾਰ ਕਰਨਾ ਤਾਂ ਦੂਰ, ਉਹ ਉੱਡਣ ਦੇ ਯੋਗ ਵੀ ਨਹੀਂ ਰਹਿੰਦਾ। ਅਜਿਹੇ ਵਿੱਚ ਉਸ ਦੇ ਕੋਲ ਸਿਰਫ 2 ਵਿਕਲਪ ਹੁੰਦੇ ਹਨ। ਪਹਿਲਾ, ਜਾਂ ਤਾਂ ਉਹ ਖੁਦ ਦੀ ਇਸ ਅਵਸਥਾ ਨੂੰ ਸਵੀਕਾਰ ਕਰ ਲਵੇ ਅਤੇ ਭੁੱਖਾ ਪਿਆਸਾ ਮਰ ਜਾਵੇ, ਜਾਂ ਕਿਸੇ ਦੂਸਰੇ ਜਾਨਵਰ ਦਾ ਸ਼ਿਕਾਰ ਬਣ ਜਾਵੇ। ਅਤੇ ਦੂਸਰਾ ਵਿਕਲਪ ਇਹ ਹੁੰਦਾ ਹੈ ਕਿ ਉਹ 6 ਮਹੀਨੇ ਬਹੁਤ ਹੀ ਦਰਦਨਾਕ ਪ੍ਰਕਿਰਿਆ ਵਿੱਚੋਂ ਲੰਘੇ ਅਤੇ ਖੁਦ ਨੂੰ ਫੇਰ ਤੋਂ ਪਹਿਲਾਂ ਵਾਂਗ ਮਜ਼ਬੂਤ ਬਣਾ ਲਵੇ। ਪਰ ਬਾਜ਼ ਤਾਂ ਫਿਰ ਬਾਜ਼ ਹੀ ਹੈ, ਉਹ ਦੂਸਰਾ ਵਿਕਲਪ ਚੁਣਦਾ ਹੈ। ਇਸ ਦੇ ਲਈ ਉਹ ਖੁਦ ਨੂੰ ਇੱਕ ਬਹੁਤ ਹੀ ਉੱਚੇ ਪਹਾੜ ਤੇ ਲੈ ਜਾਂਦਾ ਹੈ। ਉੱਥੇ ਉਹ ਪਹਿਲਾਂ ਆਪਣੀ ਚੁੰਝ ਨਾਲ ਆਪਣੇ ਸਾਰੇ ਖੰਭ ਖਿੱਚ ਕੇ ਉਖਾੜ ਲੈਂਦਾ ਹੈ ਅਤੇ ਫਿਰ ਚਟਾਨ ਤੇ ਪੈਰ ਮਾਰ ਕੇ ਆਪਣੇ ਪੰਜੇ ਤੋੜ ਲੈਂਦਾ ਹੈ। ਉਸ ਤੋਂ ਬਾਅਦ ਉਸੇ ਚਟਾਨ ਨਾਲ ਆਪਣੀ ਚੁੰਝ ਨੂੰ ਮਾਰ ਕੇ ਤੋੜ ਦਿੰਦਾ ਹੈ ਅਤੇ ਇਸ ਲਹੂ ਲਹਾਨ ਅਵਸਥਾ ਵਿੱਚ ਖੁਦ ਨੂੰ ਦੂਜੇ ਜਾਨਵਰਾਂ ਤੋਂ ਲੁਕਾਉਂਦਾ ਰਹਿੰਦਾ ਹੈ। ਅਗਲੇ 6 ਮਹੀਨਿਆਂ ਤੱਕ ਉਹ ਇਸੇ ਦਰਦਨਾਕ ਅਵਸਥਾ ਵਿੱਚੋਂ ਲੰਘਦਾ ਹੈ ਅਤੇ ਇੰਤਜ਼ਾਰ ਕਰਦਾ ਹੈ ਨਵੀਂ ਚੁੰਝ, ਨਵੇਂ ਖੰਭ ਅਤੇ ਨਵੇਂ ਪੰਜਿਆਂ ਦਾ। ਅਤੇ ਫਿਰ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦਾ ਹੈ ਅਤੇ ਚੱਲ ਪੈਂਦਾ ਹੈ ਆਪਣੇ ਸ਼ਿਕਾਰ ਦੇ ਲਈ। ਫਿਰ ਅਗਲੇ 30 ਸਾਲ ਤੱਕ ਉਹ ਫਿਰ ਤੋਂ ਰਾਜ ਕਰਦਾ ਹੈ। ਇਸੇ ਲਈ ਸਮਾਂ ਆਉਣ ਤੇ ਸਾਨੂੰ ਵੀ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਛੱਡਣਾ ਪੈਂਦਾ ਹੈ ਅਤੇ ਕੁਝ ਨਵਾਂ ਸਿੱਖਣਾ ਪੈਂਦਾ ਹੈ। ਸਮੇਂ ਦੇ ਨਾਲ ਬਦਲਣਾ ਪੈਂਦਾ ਹੈ, ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ, ਨਹੀਂ ਤਾਂ ਸਾਡਾ ਵੀ ਸ਼ਿਕਾਰ ਹੋ ਸਕਦਾ ਹੈ, ਅਸੀਂ ਵੀ ਪਿੱਛੇ ਰਹਿ ਸਕਦੇ ਹਾਂ। ਇਸ ਤੋਂ ਬਾਅਦ ਸਮਰਾਟ ਦੇ ਬੇਟੇ ਨੇ ਭੇਡਾਂ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਹਾ ਕਿ ਭੇਡਾਂ ਹਮੇਸ਼ਾ ਝੁੰਡ ਵਿੱਚ ਚੱਲਦੀਆਂ ਹਨ। ਉਹਨਾਂ ਨੂੰ ਝੁੰਡ ਵਿੱਚ ਇਕੱਠੇ ਚੱਲਣ ਨਾਲ ਹਿੰਮਤ ਮਿਲਦੀ ਹੈ, ਪਰ ਜਿਵੇਂ ਹੀ ਉਹਨਾਂ 'ਚੋਂ ਕਿਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਭੀੜ ਖਿੰਡ ਪੁੰਡ ਜਾਂਦੀ ਹੈ ਅਤੇ ਉਸ ਭੀੜ ਵਿੱਚੋਂ ਇੱਕ ਵੀ ਭੇਡ ਆਪਣੇ ਸਾਥੀ ਦੀ ਮਦਦ ਕਰਨ ਲਈ ਵਾਪਸ ਨਹੀਂ ਆਉਂਦੀ। ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਡੇ ਨਾਲ ਭਾਵੇਂ ਕਿੰਨੇ ਵੀ ਲੋਕ ਖੜੇ ਹੋਣ, ਕਿਸੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਯਕੀਨ ਕਰਨਾ ਹੈ ਤਾਂ ਸਿਰਫ ਖੁਦ ਤੇ ਕਰੋ, ਕਿਉਂਕਿ ਬੁਰਾ ਸਮਾਂ ਆਉਣ ਤੇ ਉਹ ਭੀੜ ਕਦੋਂ ਖਿੰਡ ਪੁੰਡ ਜਾਵੇਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਇਸ ਤੋਂ ਬਾਅਦ ਗੁਰੂ ਨੂੰ ਪ੍ਰਣਾਮ ਕਰਦੇ ਹੋਏ ਸਮਰਾਟ ਦੇ ਬੇਟੇ ਨੇ ਕਿਹਾ ਕਿ ਗੁਰੂ ਜੀ, ਜੇਕਰ ਮੇਰੇ ਤੋਂ ਕੋਈ ਸਿੱਖਿਆ ਰਹਿ ਗਈ ਹੋਵੇ ਤਾਂ ਕਿਰਪਾ ਕਰਕੇ ਤੁਸੀਂ ਦੱਸ ਦਿਓ। ਗੁਰੂ ਜੀ ਨੇ ਸਾਰੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਰੀਆਂ ਗੱਲਾਂ ਜਿਹੜੀਆਂ ਹੁਣੇ ਇਸ ਬੱਚੇ ਨੇ ਦੱਸੀਆਂ ਹਨ ਸਾਰੀਆਂ ਸਹੀ ਹਨ, ਪਰ ਇਹ ਸਾਰੀਆਂ ਖੂਬੀਆਂ ਤੁਹਾਡੇ ਸਾਰਿਆਂ ਵਿੱਚ ਉਦੋਂ ਹੀ ਪੈਦਾ ਹੋਣਗੀਆਂ ਜਦੋਂ ਤੁਸੀਂ ਇਕੱਲੇ ਰਹਿਣ ਦਾ ਅਭਿਆਸ ਕਰੋਗੇ। ਤੁਸੀਂ ਦੇਖਿਆ ਹੋਵੇਗਾ ਕਿ ਬਾਜ ਕਦੇ ਵੀ ਕਿਸੇ ਪੰਛੀ ਦੇ ਨਾਲ ਨਹੀਂ ਰਹਿੰਦਾ ਅਤੇ ਨਾ ਹੀ ਕਿਸੇ ਨਾਲ ਆਪਣੀ ਜੋੜੀ ਬਣਾਉਂਦਾ ਹੈ। ਉਹ ਅਸਮਾਨ ਵਿੱਚ ਇਕੱਲਾ ਉੱਡਦਾ ਹੈ ਅਤੇ ਇਕੱਲਾ ਉੱਡਣ ਦੇ ਕਾਰਨ ਉਹ ਆਪਣੀ ਤਾਕਤ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਜਾਣ ਪਾਉਂਦਾ ਹੈ। ਇਸ ਤੋਂ ਬਾਅਦ ਗੁਰੂ ਜੀ ਨੇ ਆਪਣੀ ਗੱਲ ਖਤਮ ਕਰਦੇ ਹੋਏ ਕਿਹਾ ਕਿ ਮੈਂ ਅੱਜ ਰਾਤ ਇਸ ਸਮਰਾਟ ਦੇ ਬੇਟੇ ਨੂੰ ਇਸ ਦੇ ਰਾਜ ਮਹਿਲ ਵਿੱਚ ਛੱਡਣ ਜਾ ਰਿਹਾ ਹਾਂ, ਕਿਉਂਕਿ ਇਸ ਦੀ ਸਿੱਖਿਆ ਇੱਥੇ ਹੀ ਪੂਰੀ ਹੋ ਗਈ ਹੈ। ਅਤੇ ਇਹ ਕਹਿ ਕੇ ਗੁਰੂ ਜੀ ਉਸ ਸਮਰਾਟ ਦੇ ਬੇਟੇ ਦਾ ਹੱਥ ਫੜ ਕੇ ਰਾਜ ਮਹਿਲ ਦੇ ਵੱਲ ਰਵਾਨਾ ਹੋ ਗਏ। ਧੰਨਵਾਦ।